ਪੁੱਛਿਆ ਹੈ। ਬਾਬਾ ਜੀ ਕਿਰਪਾ ਕਰਕੇ ਇਸ ਸ਼ਬਦ ਬਾਰੇ ਰੋਸ਼ਨੀ ਪਾਓ ਜੀ। ਅੰਮ੍ਰਿਤਪਾਲ ਨੇ ਲਿਖਿਆ ਹੈ। ਦੂਸਰੇ ਗਰੁੱਪ ਦੇ ਵਿੱਚ ਵੀ ਪਿੱਛੇ ਜੇ ਐਸਾ ਹੀ ਇੱਕ ਸਵਾਲ ਸੀ। ਇਸ ਸ਼ਬਦ ਬਾਰੇ ਕੁਛ ਦੱਸੋ ਜੀ। ਇਸੇ ਸ਼ਬਦ ਬਾਰੇ ਹੀ ਮੈਂ ਰੋਜ਼ ਦੱਸ ਰਿਹਾ ਹਾਂ। ਉਹ ਸ਼ਬਦ ਦੀ ਹੀ ਰੋਸ਼ਨੀ ਜਿਹੜੀ ਹੈ ਨਾ, ਉਹ ਹੋ ਰਹੀ ਹੈ। ਪਰ ਜਿੰਨਾ ਚਿਰ ਅੱਖ ਉਗੇੜ ਕੇ ਨਾ ਦੇਖੋਗੇ, ਉਹਨਾਂ ਚਿਰ ਨਜ਼ਰ ਨਹੀਂ ਆਉਂਦੀ। ਸ਼ਬਦ ਇੱਕੋ ਹੀ ਹੈ। ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵ। ਇੱਕੋ ਹੀ ਸ਼ਬਦ ਹੈ। ਪਰ ਸ਼ਬਦ ਨੂੰ ਸਮਝਣਾ ਹੋਵੇ ਨਾ, ਤੇ ਜਿੰਨੀ ਤੁਹਾਡੀ ਗਹਿਰਾਈ ਹੋਵੇਗੀ, ਓਨੀ ਹੀ ਗਹਿਰਾਈ ਦੁਆਰਾ ਤੁਸੀਂ ਸ਼ਬਦ ਨੂੰ ਸਮਝ ਸਕਦੇ ਹੋ। ਇਵੇਂ ਸਮਝ ਲਈਏ, ਆਪਾਂ ਛੋਟੇ ਬੱਚੇ ਨੂੰ ਸਮਝਾਉਣਾ ਹੋਵੇ ਤੇ ਛੋਟੇ ਬੱਚੇ ਦੇ ਸ਼ਬਦ ਆਪਾਂ ਵਰਤਦੇ ਹਾਂ ਜੋ ਸਮਝ ਸਕਦਾ। ਕਹਿੰਦੇ ਨਾ, ਛੋਟੇ ਬੱਚੇ ਦੀ ਭਾਸ਼ਾ। ਜਾਨਵਰਾਂ ਨੂੰ ਸਮਝਾਉਣਾ ਹੋਵੇ ਤੇ ਜਾਨਵਰਾਂ ਦੀ ਭਾਸ਼ਾ ਹੁੰਦੀ, ਕਿਉਂਕਿ ਉਹ ਜੋ ਸਮਝ ਸਕਦੇ। ਤੇ ਜਿਸ ਢੰਗ ਦਾ ਆਦਮੀ ਹੈ ਨਾ, ਉਸ ਢੰਗ ਦੀ ਭਾਸ਼ਾ ਵਰਤਣੀ ਪੈਂਦੀ ਹੈ, ਕਿਉਂਕਿ ਉਹ ਸਮਝ ਸਕਦਾ ਹੈ। ਭਾਸ਼ਾ ਤੇ ਉਹੋ ਹੀ ਹੁੰਦੇ, ਸ਼ਬਦ ਵੀ ਉਹੋ ਹੀ ਹੁੰਦੇ। ਤੁਸੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਹੋ ਢੰਗ ਨਾਲ, ਪਰ ਵੱਡਿਆਂ ਨੂੰ ਸਮਝਾਉਣਾ ਹੋਵੇ ਤੁਸੀਂ ਉਹ ਸ਼ਬਦ ਹੋਰ ਢੰਗ ਨਾਲ ਵਰਤਦੇ। ਤੇ ਬੱਚੇ ਆਪਣੀ ਭਾਸ਼ਾ, ਆਪਣੇ ਸ਼ਬਦ ਜਿਹੜੇ ਹਨ ਬੱਚਿਆਂ ਦੇ, ਉਹ ਹੀ ਸਮਝਦੇ ਹਨ। ਜਿਵੇਂ ਜਿਵੇਂ ਵੱਡੇ ਹੋਣਗੇ, ਤਿਵੇਂ ਤਿਵੇਂ ਉਹ ਫਿਰ ਵੱਡਿਆਂ ਦੀ ਭਾਸ਼ਾ ਸਮਝਣੀ ਸ਼ੁਰੂ ਕਰ ਦਿੰਦੇ। ਜਵਾਨ ਹੁੰਦਾ ਹੈ ਬੱਚਾ, ਜਵਾਨ ਦੀ ਭਾਸ਼ਾ ਸਮਝਦਾ। ਬੁੱਢਾ ਹੁੰਦਾ ਹੈ, ਬੁੱਢੇ ਦੀ ਭਾਸ਼ਾ ਸਮਝਦਾ। ਤੇ ਜਿੰਨੇ ਆਪਾਂ ਪ੍ਰੌੜ ਹੁੰਨੇ ਹਾਂ, ਇੱਕ ਤੇ ਹੈ ਪ੍ਰੌੜਤਾ ਸੰਸਾਰ ਵੱਲ। ਸੰਸਾਰ ਨੂੰ ਸਮਝਣਾ ਹੋਵੇ, ਸੰਸਾਰ ਦੀ ਭਾਸ਼ਾ ਸਮਝਣੀ ਹੋਵੇ, ਸੰਸਾਰ ਦਾ ਹਿਸਾਬ ਕਿਤਾਬ ਸਮਝਣਾ ਹੋਵੇ, ਤੇ ਸੰਸਾਰ ਵੱਲ ਪ੍ਰੌੜ ਹੋਣਾ ਪੈਂਦਾ ਹੈ। ਤੇ ਦੂਸਰਾ ਹੈ ਪਰਮਾਰਥ ਵੱਲ ਪ੍ਰੌੜ ਹੋਣਾ। ਜੇ ਪਰਮਾਰਥ ਦੀ ਭਾਸ਼ਾ ਸਮਝਣੀ ਹੈ, ਪਰਮਾਰਥ ਵੱਲ ਪ੍ਰੌੜ ਹੋਣਾ ਹੈ, ਤੇ ਤਾਂ ਹੀ ਤੁਹਾਨੂੰ ਸਮਝ ਵਿੱਚ ਆਵੇਗੀ। ਹੁਣ ਇਉਂ ਸਮਝ ਲਈਏ ਆਪਾਂ, ਜਿਵੇਂ ਤੁਸੀਂ ਸ਼ਬਦ ਸਮਝਦੇ ਹੋ। ਕਈ ਪ੍ਰੇਮੀ ਕਹਿ ਵੀ ਦਿੰਦੇ ਹਨ, ਕਈ ਸ਼ਬਦ ਬਹੁਤ ਗਹਿਰੇ ਹੁੰਦੇ ਹਨ, ਸਮਝ ਵਿੱਚ ਨਹੀਂ ਆਉਂਦੇ। ਉਹਨਾਂ ਦਾ ਭਾਵ ਕੀ, ਅਰਥ ਗਹਿਰਾ ਹੁੰਦਾ, ਭਾਵ ਗਹਿਰਾ ਹੁੰਦਾ। ਜਿਵੇਂ ਕਈ ਕਥਾਵਾਚਕ ਵੀ ਕਹਿ ਦਿੰਦੇ ਹਨ ਨਾ, ਵੀ ਗੁਰੂਆਂ ਦੀ ਬਾਣੀ ਸਮਝ ਵਿੱਚ ਨਹੀਂ ਆਉਂਦੀ, ਬਹੁਤ ਗਹਿਰੀ। ਗਹਿਰੀ ਦਾ ਭਾਵ ਕੀ, ਉਹਦਾ ਭਾਵ ਜੋ ਅਰਥ ਹੈ ਨਾ, ਉਹ ਗਹਿਰਾ, ਤਾਂ ਇਹਨਾਂ ਨੂੰ ਸਮਝ ਵਿੱਚ ਆਉਂਦਾ। ਸ਼ਬਦ ਤੇ ਉਹੀ ਹਨ। ਜਿਵੇਂ ਕੋਈ ਸੰਗੀਤ ਦੀ ਧੁਨ ਵਜਾ ਰਿਹਾ ਹੋਵੇ, ਤੋ ਸ਼ਬਦ ਦਾ ਹੋਰ ਸੂਖਸ਼ਮ ਰੂਪ ਹੋਵੇ। ਸ਼ਬਦ ਦੇ ਕਈ ਰੂਪ ਹਨ। ਇੱਕ ਤੇ ਹੈ ਬਾਹਰੀ,
ਜਿਹਨੂੰ ਆਪਾਂ ਵਰਣਾਤਮਕ ਬਾਣੀ ਕਹਿੰਦੇ, ਜਿਹੜੀ ਅੱਖਰਾਂ ਦੁਆਰਾ ਆਪਾਂ ਬੋਲਦੇ ਹਾਂ, ਸ਼ਬਦ ਹਨ। ਮੈਂ ਬੋਲ ਰਿਹਾ ਹਾਂ ਸ਼ਬਦ, ਅੱਖਰ, ਇਹ ਵਰਣਮਾਲਾ ਦੇ ਵਿੱਚੋਂ ਆਏ ਹੋਏ ਅੱਖਰ, ਇਹਨੂੰ ਵਰਣਾਤਮਕ ਕਹਿ ਦਿੰਦੇ। ਤੇ ਇਹ ਜਿਹੜੀ ਵਰਣਾਤਮਕ ਬਾਣੀ ਹੈ ਨਾ, ਇਹਦੇ ਦੁਆਰਾ ਪਰਮਾਤਮਾ ਨੂੰ ਬਿਆਨ ਕੀਤਾ ਗਿਆ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਹਨ ਵੀ ਇਹ ਜਿਹੜੇ ਨਾਮ ਪਰਮਾਤਮਾ ਦੇ ਲਿਖੇ ਹੋਏ ਹਨ ਜਾਪ ਸਾਹਿਬ ਜੀ ਦੇ ਵਿੱਚ, ਕਹਿੰਦੇ ਹਨ ਨਾ ਵੀ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹ, ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਕਹਿੰਦੇ ਹਨ ਅਸੀਂ ਕਰਮ ਨਾਮ ਵਰਣਨ ਕਰ ਰਹੇ ਹਾਂ। ਵਰਣਮਾਲਾ ਦੇ ਵਿੱਚ ਜਿਹੜੇ ਅੱਖਰ ਹਨ ਉਹਨਾਂ ਦੁਆਰਾ ਜੋ ਜੋ ਪ੍ਰਮਾਤਮਾ ਕਰਦਾ ਹੈ, ਉਸ ਢੰਗ ਦੇ ਨਾਲ ਪ੍ਰਮਾਤਮਾ ਦੇ ਨਾਮ ਪੈ ਗਏ। ਜੇ ਪ੍ਰਮਾਤਮਾ ਧਰਤੀ ਨੂੰ ਪਾਲਦਾ ਹੈ, ਕਹਿੰਦੇ ਹਨ ਗੋਪਾਲ ਹੈ। ਧਰਤੀ ਨੂੰ ਪਾਲਦਾ ਹੈ, ਕਹਿੰਦੇ ਹਨ ਗੋਪਾਲ ਹੈ। ਤੇ ਹਿੰਦੂ ਕਹਿੰਦੇ ਹਨ ਸਭ ਕੁਝ ਹਰ ਲੈਂਦਾ ਹੈ, ਹਰੀ ਹੈ। ਤੇ ਜੋ ਪ੍ਰਮਾਤਮਾ ਕਰਦਾ ਹੈ, ਤਾਂ ਉਹਦੀ ਕਿਰਤ ਨੂੰ ਦੇਖ ਕੇ ਪ੍ਰਮਾਤਮਾ ਦੇ ਨਾਮ ਪਏ। ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਨਾਮ ਬਿਆਨ ਕਰ ਰਹੇ ਹਾਂ, ਵਾਸਤਵਿਕ ਨਾਮ ਨਹੀਂ। ਕਰਮ ਨਾਮ ਜੋ ਪ੍ਰਮਾਤਮਾ ਨੇ ਕੰਮ ਕੀਤੇ, ਇਵੇਂ ਸਮਝ ਲਈਏ ਜਿਵੇਂ ਕੋਈ ਲੱਕੜ ਦਾ ਕੰਮ ਕਰਦਾ, ਆਪਾਂ ਤਰਖਾਣ ਕਹਿ ਦਿੰਦੇ। ਤਰਖਾਣ ਉਹਦਾ ਨਾਮ ਥੋੜ੍ਹੀ ਹੈ। ਲੋਹੇ ਦੇ ਕੰਮ ਕਰਨ ਵਾਲੇ ਨੂੰ ਲਿਹਾਰ ਕਹਿ ਦਿੰਦੇ, ਸੋਨੇ ਦੇ ਕੰਮ ਵਾਲੇ ਨੂੰ ਸੁਨਿਆਰ ਕਹਿ ਦਿੰਦੇ, ਪਰ ਨਾਮ ਥੋੜ੍ਹੇ ਹਨ ਉਹਨਾਂ ਦੇ, ਉਹ ਤੇ ਕੰਮ ਦੁਆਰਾ ਪੈ ਗਏ ਨਾ। ਏਦਾਂ ਹੀ ਪ੍ਰਮਾਤਮਾ ਦੇ ਨਾਮ ਜਿਹੜੇ ਕੰਮ ਦੁਆਰਾ ਪਏ, ਨਾਮ ਥੋੜ੍ਹੀ ਹੈ ਉਹਦਾ ਕੋਈ। ਲੋਹਾਰ ਦਾ ਨਾਮ ਥੋੜ੍ਹੀ ਹੈ ਲੋਹਾਰ, ਤੇ ਜਿਹੜਾ ਜ਼ਿਮੀਂਦਾਰ ਹੈ ਉਹਨੂੰ ਜੱਟ ਕਹਿ ਦਿੰਦੇ, ਔਰ ਜੱਟ ਥੋੜ੍ਹੀ ਹੈ, ਉਹ ਤਾਂ ਕੰਮ ਕਰ ਰਿਹਾ ਹੈ, ਨਾਮ ਥੋੜ੍ਹੀ ਹੈ ਉਹਦਾ। ਏਦਾਂ ਹੀ ਪ੍ਰਮਾਤਮਾ ਦੇ ਨਾਮ ਹੈ, ਕਰਮ ਨਾਮ, ਉਹ ਬਿਆਨ ਕੀਤੇ ਵਰਣਮਾਲਾ ਦੇ ਵਿੱਚੋਂ ਅੱਖਰਾਂ ਦੁਆਰਾ। ਤੇ ਇੱਕ ਹੈ ਅੱਖਰਾਂ ਦੁਆਰਾ ਬਿਆਨ ਕਰਨ ਸ਼ਬਦ। ਫਿਰ ਪਰਮਾਤਮਾ ਨੂੰ ਬਹੁਤ ਕੋਸ਼ਿਸ਼ ਕੀਤੀ ਇਹ ਗਈ ਹੈ ਵੀ ਕੋਈ ਐਸੇ ਅੱਖਰ ਆਪਾਂ ਲਈਏ ਜਿਨ੍ਹਾਂ ਦੁਆਰਾ ਪਰਮਾਤਮਾ ਨੂੰ ਜ਼ਿਆਦਾ ਬਿਆਨ ਕੀਤਾ ਜਾ ਸਕੇ। ਵੀ ਅਗਰ ਅਸੀਂ ਵਰਣਮਾਲਾ ਦੁਆਰਾ ਅੱਖਰ ਲੈਂਦੇ ਹਾਂ, 4 ਅੱਖਰਾਂ ਨੂੰ ਜੋੜ ਕੇ ਪਰਮਾਤਮਾ ਨੂੰ ਬਿਆਨ ਕਰਦੇ ਹਾਂ, ਤਾਂ ਜੋੜ ਟੁੱਟ ਸਕਦਾ ਹੈ। 4 ਅੱਖਰਾਂ ਦੁਆਰਾ ਹੈ ਨਾ, ਤਾਂ ਉਹਨਾਂ ਨੇ ਪ੍ਰਤੀਕ ਇੱਕ ਅੱਖਰ ਲਿਆ ਸੀ ਓਮ, ਜਾਂ ਕਹਿ ਲਈਏ ਓਂਕਾਰ। ਤੇ ਓਮ ਜਿਹੜਾ ਸੀ ਨਾ, ਉਹ ਵਰਣਮਾਲਾ ਦੇ ਵਿੱਚ ਨਹੀਂ। ਜਿਹੜੇ ਪੰਜਾਬੀ ਭਾਸ਼ਾ ਹੈ ਉਹਦੇ ਵਿੱਚ ਵੀ ਜਿਹੜਾ ਓਂਕਾਰ ਲਿਖਦੇ ਹਨ, ਉਹ ਨਹੀਂ ਹੈ ਵਰਣਮਾਲਾ ਦੇ ਵਿੱਚ। ਤੋਂ ਵਰਣਮਾਲਾ ਤੋਂ ਅਲੱਗਾ ਲਿਆ ਸੀ ਵੀ ਪਰਮਾਤਮਾ ਨੂੰ ਜ਼ਿਆਦਾ ਕਿਹਾ ਜਾ ਸਕੇ, ਵਰਣਮਾਲਾ ਤੋਂ ਬਾਹਰ ਹੋ ਵੀ ਵਰਣਮਾਲਾ ਦੇ ਵਿੱਚ ਜਿਹੜੇ ਅੱਖਰ ਹਨ ਉਹ ਪਰਮਾਤਮਾ ਨੂੰ ਬਿਆਨ ਹੀ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਇੱਕ ਅੱਖਰ ਦੁਆਰਾ, ਵੀ ਇੱਕ ਅੱਖਰ ਖੰਡਿਤ ਨਹੀਂ ਹੋ ਸਕਦਾ, ਇੱਕੋ ਅੱਖਰ ਦੁਆਰਾ ਪਰਮਾਤਮਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਵਿਦਵਾਨਾਂ ਨੇ ਇੱਕ ਅੱਖਰ ਦੇ ਵੀ ਟੁਕੜੇ ਕਰ ਦਿੱਤੇ, ਉਹਨੂੰ ਊ ਆ ਮਾ 3 ਹਿੱਸੇ ਕਰ ਦਿੱਤੇ। ਉਹਦੀ ਵੀ ਗਾਂ ਵਿਆਖਿਆ ਕਰ ਦਿੱਤੀ। ਹੈਗਾ ਉਹ ਸੰਯੁਕਤ ਸੀ। ਤੇ ਇੱਕ ਅੱਖਰ ਦੁਆਰਾ, ਵੀ ਇੱਕ ਅੱਖਰ ਜਿਹੜਾ ਨਾ ਉਹ ਖੰਡਿਤ ਨਹੀਂ ਹੋ ਸਕਦਾ, ਇਸ ਕਰਕੇ ਪਰਮਾਤਮਾ ਨੂੰ ਇੱਕ ਅੱਖਰ ਦੁਆਰਾ ਬਿਆਨ ਕੀਤਾ ਸੀ। ਜਿਨ੍ਹਾਂ ਨੇ ਜਾਣਿਆ ਸੀ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਆ, ਇੱਕੋ ਹੀ ਅੱਖਰ ਕਹਿੰਦੇ ਬਸ।
ਜੇ ਅਗਰ ਮਨ ਦੇ ਵਿੱਚ ਵਸ ਜਾਵੇ, ਬਾਕੀ ਅੱਖਰ ਸਾਰੇ ਨਿਕਲ ਜਾਣ। ਕਬੀਰ ਜੀ ਵੀ ਕਹਿੰਦੇ ਹਨ ਨਾ, ਬਾਣੀ ਰਚੀ ਹੈ 52 ਅੱਖਰੀ, ਤੇ ਅੰਤ ਵਿੱਚ ਕਹਿੰਦੇ ਹਨ ਵੀ ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨਮੇਂ ਨਾਹੀਂ। 52 ਅੱਖਰਾਂ ਦੁਆਰਾ ਸਾਰਾ ਕੁਝ ਲਿਖਿਆ ਹੋਇਆ ਹੈ। ਬਾਅਦ ਚ ਕਹਿੰਦੇ ਵੀ ਇਹ ਅੱਖਰ ਖਿਰ ਜਾਹੇਂਗੇ, ਵੀ ਇਹ ਮਿਟ ਜਾਣਗੇ। ਇਹ ਤਾਂ ਸੰਸਾਰ ਦੇ ਹਨ ਨਾ, ਭਾਸ਼ਾ ਸੰਸਾਰ ਚੋਂ ਆਈ, ਸੰਸਾਰ ਦੇ ਕੰਮ ਦੀ, ਤੇ ਮਰਨ ਤੋਂ ਬਾਅਦ ਥੋੜੀ ਭਾਸ਼ਾ ਚੱਲਦੀ। ਤੇ ਜਦੋਂ ਕੋਈ ਦੁਨੀਆ ਨਹੀਂ ਸੀ, ਉਦੋਂ ਭਾਸ਼ਾ ਥੋੜੀ ਚੱਲਦੀ ਸੀ। ਪਰਮਾਤਮਾ ਤੇ ਉਦੋਂ ਵੀ, ਪਰਮਾਤਮਾ ਇਸੇ ਕਰਕੇ ਕੋਈ ਭਾਸ਼ਾ ਥੋੜੀ ਸਮਝਦਾ। ਕਈ ਭਾਸ਼ਾ ਤੇ ਹੀ ਬੜਾ ਜ਼ੋਰ ਲਾਉਣਗੇ ਵੀ ਸਾਡੀ ਮਾਂ ਬੋਲੀ। ਮਾਂ ਬੋਲੀ ਕੀ, ਜਿੱਥੇ ਘਰ ਦੇ ਵਿੱਚ ਪੈਦਾ ਹੋਇਆ ਉਹ ਭਾਸ਼ਾ ਮਿਲ ਗਈ ਤੁਹਾਨੂੰ। ਤੇ ਭਾਸ਼ਾ ਤੇ ਵੀ ਮੋਹ ਹੈ ਲੋਕਾਂ ਦਾ, ਧਰਮ ਤੇ ਵੀ ਮੋਹ ਹੈ, ਜਾਤੀ ਤੇ ਵੀ ਮੋਹ ਹੈ, ਸ਼ਬਦਾਂ ਤੇ ਵੀ ਮੋਹ ਹੈ। ਸ਼ਬਦਾਂ ਖਾਤਰ ਵੀ ਲੜ ਪੈਂਦੇ। ਉਹ ਕਹਿੰਦਾ ਸਾਡਾ ਅੱਲਾ ਹੈ, ਕੋਈ ਕਹਿੰਦਾ ਰਾਮ ਹੈ, ਕੋਈ ਕਹਿੰਦਾ ਵਾਹਿਗੁਰੂ। ਸ਼ਬਦ ਹੀ ਹਨ। ਤੇ ਲੋਕ ਭਾਸ਼ਾ ਤੇ ਵੀ ਮੋਹ ਕਰਦੇ। ਭਾਸ਼ਾ ਤੇ ਸਿਰਫ ਹੈ ਸੰਸਾਰ ਦੇ ਵਰਤ ਵਿਹਾਰ ਵਾਸਤੇ। ਫਿਰ ਭਾਸ਼ਾ ਦਾ ਹੋਰ ਉਪਯੋਗ ਧਾਰਮਿਕ ਲੋਕਾਂ ਨੇ ਕੀਤਾ ਹੈ, ਪਰਮਾਰਥ ਵਾਲੇ ਪਾਸੇ ਜਾਣ ਵਾਸਤੇ। ਉਹ ਵੀ ਇਹਨਾਂ ਹੀ ਅੱਖਰਾਂ ਦਾ ਉਪਯੋਗ ਕਰ ਰਹੇ ਹਨ, ਜਿਹੜੇ ਅੱਖਰਾਂ ਦਾ ਸੰਸਾਰੀ ਵਿਅਕਤੀ ਲੋਕ ਉਪਯੋਗ ਕਰ ਰਹੇ। ਸੰਸਾਰ ਵਿੱਚ ਫਸਣ ਵਾਸਤੇ ਵੀ ਉਹ ਹੀ ਅੱਖਰ ਹਨ, ਤਾਂ ਉਹੀ ਭਾਸ਼ਾ ਦੂਸਰੇ ਧਾਰਮਿਕ ਲੋਕ ਵੀ ਵਰਤ ਰਹੇ। ਭਾਸ਼ਾ ਤੇ ਉਹ ਹੀ ਹੈ, ਪਰ ਉਹ ਨਿਕਲਣ ਵਾਸਤੇ ਕਹਿ ਰਹੇ ਹਨ। ਸੰਸਾਰਿਕ ਲੋਕ ਫਸਣ ਵਾਸਤੇ ਉਹ ਭਾਸ਼ਾ ਦਾ ਉਪਯੋਗ ਕਰ ਰਹੇ। ਜਿਵੇਂ ਸਿੱਖ ਹਨ ਬਹੁਤ ਸਾਰੇ, ਕੁਛ ਤੇ ਉਪਦੇਸ਼ ਪੜ੍ਹ ਕੇ ਹੋ ਸਕਦਾ ਨਿਕਲਣ ਵਾਸਤੇ ਉਪਦੇਸ਼ ਪੜ੍ਹ ਰਹੇ ਹੋਣ, ਤੇ ਕਈ ਸੰਸਾਰ ਦੇ ਵਿੱਚ ਫਸਣ ਵਾਸਤੇ ਉਸ ਬਾਣੀ ਦਾ ਉਪਯੋਗ ਕਰਦੇ।